ਸਤਿ ਸ੍ਰੀ ਅਕਾਲ ਜੀ। ਹੁਣ ਅਸੀਂ ਖੜੇ ਆ ਜੀ ਆਰਕੇ ਸੰਸ ਯੂਨੀਫਾਰਮਸ ਦੇ ਮੇਨ ਗੇਟ ਦੇ ਅੱਗੇ ਤੇ ਆਓ ਤੁਹਾਨੂੰ ਅੰਦਰ ਲੈ ਚੱਲਦੇ ਹਾਂ। ਹਾਂਜੀ ਨਮਸਕਾਰ ਜੀ। ਹੁਣ ਅਸੀਂ ਆ ਚੁੱਕੇ ਹਾਂ ਜੀ ਆਰਕੇ ਸੰਸ ਯੂਨੀਫਾਰਮਸ ਦੇ ਆਫਿਸ ਦੇ ਵਿੱਚ ਤੇ ਇੱਥੇ ਸਾਡੇ ਨਾਲ ਬੈਠੇ ਹੋਏ ਨੇ ਅੰਕੁਸ਼ ਗੁਪਤਾ ਜੀ। ਸਤਿ ਸ਼੍ਰੀ ਅਕਾਲ ਜੀ। ਜੋ ਕਿ ਸਾਨੂੰ ਇਸ ਫਰਮ ਦੇ ਬਾਰੇ ਦੱਸਣਗੇ। ਹਾਂਜੀ ਨਮਸਕਾਰ। ਸੰਦੀਪ ਜੀ, ਇਸ ਤਰ੍ਹਾਂ ਕਿ ਮੈਂ ਤੇ ਦੇਖੋ ਆਈ ਵਾਸ ਬੋਰਨ ਐਂਡ ਬ੍ਰੌਟ ਅਪ ਇਨ ਅੰਮ੍ਰਿਤਸਰ ਓਨਲੀ ਔਰ ਮੈਂ ਆਪਣੀ ਗ੍ਰੈਜੂਏਸ਼ਨ ਸ਼ਾਰਟ 'ਚ ਦੱਸਾਂਗਾ 2000 ਵਿੱਚ ਕੰਪਲੀਟ ਕੀਤੀ ਔਰ ਫਿਰ ਮੈਂ ਕੁਝ 5-6 ਸਾਲ ਜੌਬ ਇੰਡਸਟਰੀਜ਼ ਵਿੱਚ ਲਗਾਏ, ਡਾਈਵਰਸ ਇੰਡਸਟਰੀਜ਼ ਵਿੱਚ। ਔਰ ਉਸ ਤੋਂ ਬਾਅਦ ਫਿਰ ਮੈਂ ਮੇਰੇ ਵੈਸੇ ਤੇ ਮਤਲਬ ਫਾਦਰ ਦੇ ਮਤਲਬ ਕਹਿ ਲਓ ਫਰੋਮ ਮਾਈ ਗ੍ਰੈਂਡਫਾਦਰ ਅਬਾਊਟ 70 ਇਅਰਸ ਬੈਕ ਵੀ ਕੈਨ ਗੋ ਕਿ ਸਾਡਾ ਗਾਰਮੈਂਟਸ ਦਾ ਚੱਲ ਗਿਆ। So you can say it was in my blood. So I had to come back into this industry and I always wanted to start कि मैं अपना कुछ करदा। और फिर मैं फाइनली ਜਿਹੜਾ ਕਿ 2007-8 ਦੇ ਵਿੱਚ ਮੈਂ ਇੱਥੇ ਆਪਣੇ ਕੰਮ ਦੇ ਵਿੱਚ ਆਇਆ ਔਰ 2008 ਦੇ ਵਿੱਚ ਹੀ ਮੈਂ ਇਹ ਸਟਾਰਟ ਕੀਤਾ ਇੱਕ ਵੱਖਰੀ ਲਾਈਨ ਜਿਹੜੀ ਕਿ ਸਿਕਿਉਰਿਟੀ ਯੂਨੀਫਾਰਮਸ, ਹੋਟਲ ਯੂਨੀਫਾਰਮਸ, ਕਾਰਪੋਰੇਟ, ਇੰਸਟੀਟਿਊਸ਼ਨਲ ਯੂਨੀਫਾਰਮਸ ਅਸੀਂ ਇਹ ਸਟਾਰਟ ਕੀਤੀਆਂ। ਔਰ ਫਿਰ ਤੁਸੀਂ ਕਹਿ ਸਕਦੇ ਹੋ ਕਿ ਸਿੰਸ 2008 ਮਤਲਬ ਜਿਹੜੀ ਹੈ ਮੈਂ ਆਰਕੇ ਸੰਸ ਜਿਹੜੀ ਹੈ ਫਾਰਮਲ ਜਿਹੜੀ ਪ੍ਰੋਪਰਾਈਟਰਸ਼ਿਪ ਬਣਾ ਲਈ ਸੀ 2007 ਵਿੱਚ, ਲੇਕਿਨ ਜਿਹੜੇ ਕੰਮ ਅਸੀਂ ਕੀਤਾ ਸਟਾਰਟ 2008 ਦੇ ਕੋਲ ਜਾ ਕੇ ਕੀਤਾ ਔਰ ਫਿਰ ਹੌਲੀ ਹੌਲੀ ਇਟ ਟੁਕ ਮੀ ਅਬਾਊਟ 2-3 ਇਅਰਸ ਕਿ ਇਹਨੂੰ ਅੱਗੇ ਲਿਜਾਂਦੇ ਹੋਇਆ। ਔਰ ਫਿਰ ਅਸੀਂ ਜਿਹੜਾ ਕਿ 2011-12 ਵਿੱਚ ਸਾਨੂੰ ਦਿੱਕਤਾਂ ਆਉਣੀ ਸ਼ੁਰੂ ਹੋ ਗਈਆਂ। ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਜਦੋਂ ਤੁਸੀਂ ਅੱਗੇ ਵਧਦੇ ਹੋ ਹਮੇਸ਼ਾ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ, ਪਿੱਛੇ ਖਿੱਚਣ ਦੀ ਜਾਂ ਆਬਸਟੈਕਲਸ ਆ ਜਾਂਦੀਆਂ। ਹਰਡਲਸ ਹਰਡਲਸ ਆ ਗਈਆਂ ਸਾਨੂੰ। ਤੇ ਪਹਿਲੀ ਹਰਡਲ ਜਿਹੜੀ ਆਈ ਉਹ ਬੜੀ ਹੀ ਬੇਸਿਕ ਹਰਡਲ ਆਈ ਸਿਊਇੰਗ ਮਸ਼ੀਨ ਆਪਰੇਟਰਸ ਦੀ ਕਿ ਸਾਡੇ ਕੋਲ ਜਿਹੜੇ ਸਿਊਇੰਗ ਮਸ਼ੀਨ SMOs ਜਿਹੜੇ ਸੀ ਉਹ ਸਾਨੂੰ ਨਹੀਂ ਸੀ ਮਿਲਦੇ। ਅਸੀਂ ਇਹਨੂੰ ਪੰਜਾਬੀ ਚ ਕਾਰੀਗਰ ਕਹਿ ਦਿੰਦੇ ਆ ਤੇ ਅਸੀਂ ਉਹ ਸਾਨੂੰ ਨਾ ਦਿੱਕਤਾਂ ਆ ਗਈਆਂ। ਦਿੱਕਤ ਇਹ ਆਈ ਕਿ ਵੀ ਸ਼ਾਰਟੇਜ ਰਹਿੰਦੀ, ਕੰਮ ਵਧਣਾ ਹੈ ਤੇ ਬਈ ਬੰਦਿਆਂ ਦੀ ਲੋੜ ਪੈਂਦੀ ਹੈ, ਬੰਦੇ ਨਾ ਹੋਣਗੇ ਤੇ ਕੰਮ ਕਿਸ ਤਰ੍ਹਾਂ ਵਧੇਗਾ। ਤੇ ਪ੍ਰੋਬਲਮ ਇਹ ਆਣੀ ਸ਼ੁਰੂ ਹੋ ਗਈ ਕਿ ਵੀ ਜੈਂਟਸ ਕਾਰੀਗਰ ਸਾਡੇ ਕੋਲ ਹੁੰਦੇ ਸੀ ਕਿਉਂਕਿ ਜੈਂਟਸ ਦੇ ਰਿਲੇਟਡ ਸਾਡਾ ਜਿਹੜਾ ਯੂਨੀਫਾਰਮਸ ਦਾ ਕੰਮ ਹੈ ਇਹ ਸਾਰਾ ਜੈਂਟਸ ਦੇ ਕਲਚਰ ਦੇ ਵਿੱਚ ਹੈਗਾ। ਸ਼ਰਟਸ, ਪੈਂਟਸ, ਕੋਟ, ਇਸ ਤਰ੍ਹਾਂ ਦੀਆਂ ਚੀਜ਼ਾਂ, ਵੇਸਟ ਕੋਟ, ਸ਼ੈਫ ਕੋਟ। ਹੁਣ ਲੜਕੀਆਂ ਨੂੰ ਇਹ ਕੰਮ ਸਿਖਾਇਆ ਨਹੀਂ ਜਾਂਦਾ, ਸਾਡੇ ਕਲਚਰ ਨਹੀਂ ਹੈਗਾ ਇੱਥੇ। ਹਿੰਦੁਸਤਾਨ 'ਚ ਬਹੁਤ ਹੀ ਘੱਟ ਜਗ੍ਹਾ ਸ਼ਾਇਦ ਹੋਏਗਾ ਜਾਂ ਵੱਡੇ ਸ਼ਹਿਰਾਂ 'ਚ ਹੋਏਗਾ। ਇੱਥੇ ਤੁਹਾਨੂੰ ਪਤਾ ਅੰਮ੍ਰਿਤਸਰ 'ਚ ਕਿੱਥੇ ਕੋਈ ਉਹ ਨਾ ਕੋਈ ਹੈਗਾ ਨਹੀਂਗਾ। ਸੋ ਸਾਨੂੰ ਇਹ ਬੜੀ ਵੱਡੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ, ਕੰਮ ਨਾ ਵਧਾ ਸਕਣਾ। ਸਾਲ ਕੁ ਪਰ ਅਸੀਂ ਬੜੇ ਹੀ ਮਤਲਬ ਉਦਾਸੀਨ ਵੀ ਹੋ ਗਏ ਔਰ ਕੰਮ ਆਣਾ ਅਸੀਂ ਮਨਾ ਵੀ ਕਰ ਦੇਣਾ। ਤੇ ਕਾਰੀਗਰ ਜਿਹੜੇ ਸਵਿੰਗ ਮਸ਼ੀਨ ਆਪਰੇਟਰ ਨਾ ਹੋਣੇ ਉਹ ਫਿਰ ਅਸੀਂ ਫਿਰ ਇੱਕ ਇਹਦੇ ਬਾਰੇ ਇੱਕ ਮਤਲਬ ਕਹਿ ਲਓ ਆਪਣੇ ਆਪ ਰੱਬੀ ਤੁਹਾਡੇ ਕੋਈ ਦਿਮਾਗ 'ਚ ਸੋਚ ਉਪਜਦੀ ਹੈ। 9 ਸਾਲ ਹੋ ਗਏ ਨੇ ਔਰ ਮੇਰੇ ਕੋਲ ਇਸ ਟਾਈਮ ਇਫ ਆਈ ਸੇ ਔਨ ਐਨ ਐਵਰੇਜ ਫਰੋਮ ਦਾ ਲਾਸਟ 5 ਇਅਰਸ 70% ਤੋਂ ਵੱਧ ਜਿਹੜਾ ਸਟਾਫ ਹੈ ਉਹ ਫੀਮੇਲ ਸਟਾਫ ਹੈ। ਔਰ ਅੱਜ ਮਤਲਬ ਕਿ ਅਸੀਂ ਜਾਂਦੇ ਆ ਕਾਲਜਸ ਵਿੱਚ ਜਾਂਦੇ ਆ ਵੇਰੀਅਸ ITIs, ਤੁਹਾਡੇ ਜਿਸ ਤਰ੍ਹਾਂ ਤੁਹਾਡੇ ਰਿਪਿਊਟਡ ਇੰਸਟੀਚਿਊਟ ਤੋਂ ਤੁਸੀਂ ਆਏ ਹੋ, ਇਸ ਤਰ੍ਹਾਂ ਹੀ ਅਸੀਂ ਅਲੱਗ-ਅਲੱਗ ਇੰਸਟੀਚਿਊਟਸ ਜਾ ਕੇ ਐਵਰੀ ਈਅਰ ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੀ ਜਿਸ ਤਰ੍ਹਾਂ ਸਾਨੂੰ ਵੈਕੈਂਸੀ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ, ਫਿਰ ਉਹ ਸਾਨੂੰ SMOs ਭੇਜਦੇ ਨੇ। ਹਾਲਾਂਕਿ ਸਾਡੇ ਕੋਲ ਆਂਦੇ ਰॉ ਹੈਂਡ ਨਹੀਂ, ਫਰੈਸ਼ਰਸ ਹੀ ਆਉਂਦੇ ਨੇ। ਈਵਨ ਕਿ 3-4 ਸਾਲ ਕੋਰਸ ਕਰਨ ਤੋਂ ਬਾਵਜੂਦ ਵੀ ਜਿਹੜਾ ਕਿ ਅਸੀਂ ਉਹਨਾਂ ਨੂੰ ਤੁਸੀਂ ਇਹ ਇੱਕ ਸ਼ਾਰਟ ਫਾਰਮ 'ਚ ਮੈਂ ਕਹਿ ਸਕਦਾ ਕਿ ਪੱਥਰ ਸਾਡੇ ਕੋਲ ਇੱਕ ਤਰੀਕੇ ਨਾਲ ਜਿਸ ਤਰ੍ਹਾਂ ਇੱਕ ਆਉਂਦਾ ਹੈ ਐਂਡ ਵੀ ਟਰਨ them into diamonds। ਅਸੀਂ ਉਹਨਾਂ ਨੂੰ ਕਾਰੀਗਰ ਬਣਾ ਦਿੰਦੇ ਆ। ਠੀਕ ਹੈ, ਹਰ ਇੱਕ ਦਾ ਆਪਣਾ ਇੱਕ ਹੁੰਦਾ, ਕੋਈ ਜਲਦੀ ਅੱਗੇ ਵੱਧ ਜਾਂਦਾ ਹੈ, ਕਿਸੇ ਨੂੰ ਟਾਈਮ ਲੱਗਦਾ, ਬਟ ਅਸੀਂ ਇੱਥੇ ਮੇਰੇ ਕੋਲ ਕਰੀਬਨ ਅਸੀਂ ਗਰਵ ਨਾਲ ਅਸੀਂ ਕਹਿ ਸਕਦੇ ਹਾਂ ਕਰੀਬ ਮੋਰ ਦੈਨ 25 to 30 ਗਰਲਸ ਅਸੀਂ ਟ੍ਰੇਨ ਕਰਕੇ ਅਸੀਂ ਮਤਲਬ ਤਿਆਰ ਕਰ ਸਟਾਰਟ। ਸੋਮਵਾਰ ਨੂੰ ਸਾਡੇ ਇੱਥੇ ਛੁੱਟੀ ਹੁੰਦੀ ਹੈ ਔਰ ਉਹ ਲੜਕੀ ਅਮਰਵੀਰ ਉਹਦਾ ਨਾਂ ਸੀ। ਉਹਨੇ ਕੀ ਕਰ ਲਿੱਤਾ 5-6 ਸਾਲ ਤੋਂ ਬਾਅਦ ਉਹ ਸ਼ਰਟਾਂ ਵੀ ਬਣਾ ਲੈਂਦੀ ਸੀ, ਪੈਂਟਾਂ ਵੀ ਬਣਾ ਲੈਂਦੀ ਸੀ। ਉਹ ਮੰਡੇ ਨੂੰ ਆਪਣੇ ਘਰ ਦੇ ਵਿੱਚ ਨਿਸ਼ੁਲਕ ਬਿਨਾਂ ਪੈਸੇ ਲਏ ਅੱਗੇ 2-3 ਲੜਕੀਆਂ ਨੂੰ ਆਪਣੇ ਪਿੰਡ 'ਚ ਜੈਂਟਸ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਉਹਨੇ।
ਇਹ ਸੁਣ ਸੈਲਫ ਕੇ- ਇੰਪਲੋਇਮੈਂਟ ਜੀ, ਮਤਲਬ ਜੀ, ਉਹਨਾਂ ਨੇ ਬੱਚੇ self-employment। ਆਪਣਾ ਸੈਲਫ ਇੰਪਲੋਇਮੈਂਟ ਹਾਂਜੀ ਸਟਾਰਟ ਕਰਤਾ। ਕਿ ਜੋ ਚੀਜ਼ ਆਪਾਂ ਸੋਚੀ ਸੀਗੀ, ਔਰ ਜਿਸ ਤਰ੍ਹਾਂ ਸੰਦੀਪ ਜੀ ਤੁਸੀਂ ਵੀ, ਸਾਡੀ ਗੱਲਾਂ ਹੋਈਆਂ ਹਾਲੇ ਕਿੰਨੀ ਸਾਰੀਆਂ, ਤੁਸੀਂ ਵੀ ਆਪਣੀ ਸੋਚ ਬੜੀ ਵਧੀਆ ਦਿਖਾਈ ਕਿ ਵੀ ਬਈ ਬੱਚੇ ਆਤਮ ਨਿਰਭਰ ਬਣ ਸਕਣ, ਉਹਨਾਂ ਦੇ ਵਿੱਚ ਸਕਿੱਲ ਆਵੇ। ਅੱਜ ਕੀ ਹੈ, ਗ੍ਰੈਜੂਏਸ਼ਨ ਕਰਕੇ ਵੀ ਬੱਚਿਆਂ ਨੂੰ ਜੌਬਸ ਨਹੀਂ ਮਿਲਦੀਆਂ। ਜੇ ਸਕਿੱਲ ਹੋਵੇ ਤੇ ਸਕਿੱਲ ਦੇ ਪੈਸੇ ਮਿਲਦੇ ਆ, ਤੁਸੀਂ ਭੁੱਖੇ ਨਹੀਂ ਮਰ ਸਕਦੇ, ਤੁਹਾਨੂੰ ਅੱਛੇ ਪੈਸੇ ਮਿਲ ਜਾਂਦੇ ਆ। ਤੋ ਅੱਜ ਤੁਸੀਂ, ਮੈਂ ਸੋਚ ਰਿਹਾ ਕਿ ਬੱਚਿਆਂ ਨੂੰ ਸਕਿੱਲ ਦਿੱਤੀ ਜਾਵੇ ਤਾਂ ਕਿ ਉਹ ਰੀਅਲ ਵਰਲਡ 'ਚ ਜਾ ਕੇ ਉਹਨਾਂ ਨੂੰ ਚੰਗੀ ਨੌਕਰੀਆਂ ਮਿਲਣ ਤੇ ਉਹਨਾਂ ਨੂੰ ਚੰਗੀ ਸੈਲਰੀਜ਼ ਵੀ ਮਿਲ ਸਕਣ। ਸੋ I am a marketing man of this organization। ਮਾਰਕੀਟਿੰਗ ਔਰ ਇੱਕ ਰਿਪਰੈਜ਼ੈਂਟੇਸ਼ਨ, ਕਲਾਇੰਟ ਕੋਲ ਜਾ ਕੇ, ਕਸਟਮਰ ਕੋਲ ਜਾ ਕੇ ਗੱਲਬਾਤ ਕਰਨੀ, ਉਹ ਚੀਜ਼ ਦਾ ਮੈਂ ਕਰਦਾ ਵਾਂ। ਬਟ ਲੇਕਿਨ ਜੋ ਮੇਜਰ ਜਿਹੜਾ ਪਾਰਟ ਹੈ, ਜੋ ਮੋਸਟ ਇੰਪੋਰਟੈਂਟ ਪਾਰਟ ਹੈ, ਉਹ ਹੈਗਾ ਪ੍ਰੋਡਕਸ਼ਨ। ਔਰ ਉਹ ਸਭ ਚੀਜ਼ਾਂ ਜਿਹੜੀਆਂ ਪ੍ਰੋਡਕਸ਼ਨ 'ਚ ਮੇਰੇ ਆਪੇ ਕੀ ਕੀਤਾ ਹੋਇਆ ਸੀ, ਇੱਕ ਬੜੇ ਆਲਦੋ ਵੀ ਆਰ ਐਨ MSME ਮਾਈਕਰੋ ਆਰਗੇਨਾਈਜੇਸ਼ਨ, ਪਰ ਅਸੀਂ ਕੰਮ ਨੂੰ ਥੋੜਾ ਜਿਸ ਤਰੀਕੇ ਨਾਲ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਡਿਪਾਰਟਮੈਂਟ ਵਾਈਜ਼ ਵੰਡਿਆ ਹੋਇਆ। ਡਿਪਾਰਟਮੈਂਟ ਵਿੱਚ ਦੇਖੋ ਮੇਜਰਲੀ ਤੇ ਪ੍ਰੋਡਕਸ਼ਨ ਡਿਪਾਰਟਮੈਂਟ ਹੀ ਹੈ। ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇੱਕ ਸਟਿਚਿੰਗ ਦਾ ਡਿਪਾਰਟਮੈਂਟ ਹੈ, ਜਿਹੜੇ ਜਿਹਨੂੰ ਆਪਾਂ ਮੇਨ ਪ੍ਰੋਡਕਸ਼ਨ ਕਹਿ ਦਿੰਦੇ ਆ। ਕਟਿੰਗ ਡਿਪਾਰਟਮੈਂਟ ਹੈ, ਕਟਿੰਗ ਜਿੱਥੇ ਕਪੜਾ ਕੱਟਿਆ ਜਾਂਦਾ ਹੈ, ਫਿਰ ਸਟਿਚਿੰਗ ਹੁੰਦਾ ਹੈ। ਉਸ ਤੋਂ ਬਾਅਦ ਫਿਨਿਸ਼ਿੰਗ ਡਿਪਾਰਟਮੈਂਟ ਹੈ, ਜਿੱਥੇ ਕਪੜਾ ਪ੍ਰੈਸ ਹੁੰਦਾ ਹੈ, ਕਲਿੱਪਿੰਗ ਹੁੰਦੀ ਹੈ, ਫਾਈਨਲੀ ਪੈਕਿੰਗ ਹੁੰਦੀ ਹੈ, ਔਰ ਫਿਰ ਕਸਟਮਰ ਨੂੰ ਡਿਲੀਵਰ ਕੀਤਾ ਜਾਂਦਾ ਹੈ। ਤੇ ਮੈਂ ਹੁਣ ਚਲੋ ਆਓ ਫਿਰ ਤੁਹਾਨੂੰ ਆਪਣੇ ਥੋੜਾ ਜਿਹਾ ਟੀਮ ਡਿਪਾਰਟਮੈਂਟ ਵਾਈਜ਼ ਤੁਹਾਨੂੰ ਮੈਂ ਇੰਟਰੋਡਿਊਸ ਕਰਾਨਾ ਥੋੜਾ, ਔਰ ਨਾਲ ਨਾਲ ਤੁਹਾਨੂੰ ਮੈਂ ਆਪਣੇ ਮਸ਼ੀਨਰੀਜ਼ ਔਰ ਉਹ ਸਭ ਮੈਂ ਆਓ ਆਪਾਂ ਚੱਲ। ਛੋਟਾ ਜਿਹਾ ਸਟਾਕ ਰੂਮ ਹੈਗਾ, ਜਿੱਥੇ ਆਪਣਾ ਕੱਪੜੇ ਦਾ ਅਸੀਂ ਸਟਾਕ ਜਿਹੜਾ ਕਿ ਨਾ ਉਹ ਰੱਖਦੇ ਹਾਂ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਅਲੱਗ-ਅਲੱਗ ਕਲਰਸ ਦੇ, ਅਲੱਗ-ਅਲੱਗ ਕੁਆਲਿਟੀਜ਼ ਦੇ ਅਸੀਂ ਫੈਬਰਿਕ ਸਟਾਕ 'ਚ ਰੱਖਨੇ ਆ ਐਸ ਪਰ ਸਾਡੇ ਕਸਟਮਰ ਦੀ ਡਿਮਾਂਡ ਦੇ ਮੁਤਾਬਿਕ। ਉਹ ਇਹ ਸਾਰਾ ਕੱਪੜਾ ਸਰ ਤੁਸੀਂ ਮਤਲਬ ਬਾਹਰੋਂ ਪਰਚੇਸ ਕਰਦੇ ਹੋ? ਜੀ ਜੀ, ਬਾਹਰੋਂ ਇਹ ਅਸੀਂ ਜੀ ਲੋਕਲ ਵੀ ਪਰਚੇਸ ਕਰਦੇ ਆ, ਔਰ ਅਸੀਂ ਭੀਲਵਾੜੇ ਤੋਂ ਸ਼ੂਟਿੰਗਸ ਦੀ ਵੀ ਮੰਗਵਾਉਂਦੇ ਆ, ਡਾਇਰੈਕਟ ਫੈਕਟਰੀ ਤੋਂ, ਇੰਡਸਟਰੀ ਮਿਲ ਤੋਂ। ਸਾਡੀ ਪਰਚੇਸ ਸਾਰੀ ਡਾਇਰੈਕਟ ਮਿਲ ਤੋਂ ਹੈ। ਠੀਕ ਹੈ। ਕਿਉਂ ਅਸੀਂ ਵਧੀਆ ਕੁਆਲਿਟੀ ਦਾ ਕਪੜਾ ਯੂਜ਼ ਕਰਨੇ ਆ ਤਾਂ ਕਿ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਾ ਆਵੇ। ਔਰ ਬੰਬੇ ਤੋਂ ਅਸੀਂ ਸ਼ਰਟਿੰਗ ਮੰਗਵਾਉਂਦੇ ਆ। ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਸ਼ਰਟਿੰਗ ਹੈ ਭਾਰਤੀ ਟੈਕਸਟਾਈਲਸ ਮੁੰਬਈ। ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਕਿ ਬੰਬੇ ਤੋਂ ਆਂਦਾ ਹੈ ਕਪੜਾ ਕਾਫੀ। ਆ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਸਰ ਦੱਸ ਰਹੇ ਨੇ ਕਿ ਕੱਪੜੇ ਦੀ ਜਿਹੜੀ ਰਿਕੁਆਇਰਮੈਂਟ ਹੈ, ਉਹ ਜੋ ਵੀ ਯੂਨੀਫਾਰਮ ਦੇ ਹਿਸਾਬ ਨਾਲ ਰਹਿੰਦੀ ਹੈ, ਉਸ ਨੂੰ ਇਹ ਫੈਕਟਰੀਆਂ ਤੋਂ ਡਾਇਰੈਕਟ ਪਰਚੇਸ ਕਰਦੇ ਨੇ ਜੀ। ਔਰ ਇਹਦੇ ਵਿੱਚ ਕੁਆਲਿਟੀ ਦਾ ਧਿਆਨ ਬਹੁਤ ਰੱਖਿਆ ਜਾਂਦਾ ਹੈ। ਜੀ, ਜੀ। ਜਿਹੜੀ ਕੱਪੜੇ ਦੀ ਕੁਆਲਿਟੀ ਹੈ, ਉਹ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਜੀ ਬਿਲਕੁਲ ਸਰ। ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਆਪਣਾ। ਹੁਣ ਤੁਹਾਨੂੰ ਮੈਂ ਡਿਪਾਰਟਮੈਂਟ ਲੈ ਕੇ ਆਇਆ ਕਟਿੰਗ ਵਾਲੇ, ਜਿਹੜਾ ਕਿ ਸਾਡਾ ਕੱਪੜੇ ਤੋਂ ਜਿਹਦਾ ਸਭ ਤੋਂ ਪਹਿਲੇ ਤੇ ਕਟਿੰਗ ਹੁੰਦੀ ਹੈ, ਉਹ ਵਾਲੇ ਡਿਪਾਰਟਮੈਂਟ 'ਚ ਮੈਂ ਤੁਹਾਨੂੰ ਲੈ ਕੇ ਆਇਆ ਕਿ ਕੱਪੜਾ ਪਹਿਲੇ ਕਟਿੰਗ ਹੁੰਦਾ, ਫਿਰ ਸਟਿਚਿੰਗ ਵਿੱਚ ਜਾਂਦਾ। ਇਹ ਜੀ ਸਾਡੇ ਚੀਫ ਮਾਸਟਰ ਸਾਹਿਬ ਨੇ ਔਰ ਸਰਦਾਰ ਦਵਿੰਦਰ ਸਿੰਘ ਜੀ, ਮੇਰੇ ਚਾਚਾ ਜੀ ਤੋਂ ਵੱਧ ਕੇ ਗਏ ਨੇ, ਸਾਡੇ ਨਾਲ ਅਬਾਊਟ 35 ਇਅਰਸ ਦੇ ਕੋਲ ਇਹਨਾਂ ਨੂੰ ਹੋ ਚੁੱਕੇ ਨੇ। ਔਰ ਇਹ ਸਾਡੇ ਮੇਨ ਟੈਕਨੀਕਲ ਹੈ, ਜਿਹੜੀ ਕਿ ਐਡੀ ਉੱਪਰਲੀ ਲੇਅਰ ਵਿਛਾ ਕੇ ਇਕੱਠੀ ਕਟਿੰਗ ਕਰਨ ਲਈ ਇਹ ਮਸ਼ੀਨ ਕੰਮ ਆਉਂਦੀ ਹੈ। ਸਾਡੇ ਕੋਲ ਇੱਕ ਉਹ ਮਸ਼ੀਨ, ਉਹ ਵੀ ਕਵਰਡ ਪਈ ਹੈ, ਉਹ 8 ਇੰਚਸ ਵਾਲੀ ਹੈ। ਔਰ ਇਹ ਛੋਟੀ ਮਸ਼ੀਨਾਂ ਨੇ ਜਿਹੜੀ ਛੋਟੀ ਲੇਅਰ ਕਟਿੰਗ ਕਰਨ ਵਾਸਤੇ ਰੱਖੀਆਂ ਹੋਈਆਂ ਸੀ। ਇਹ ਸਾਡਾ ਇੱਕ ਦੂਸਰੀ ਲਾਈਨ ਹੈ ਜੀ ਸਾਰੀ, ਜਿਹਦੇ ਵਿੱਚ ਹੌਜ਼ਰੀ ਵਾਲੀ ਆਈਟਮਸ, ਬੇਬੀ ਆਈਟਮਸ ਹੋਲਸੇਲ 'ਚ ਜਿਹੜੀ ਕਿ ਡੀਲ ਕੀਤੀ ਜਾਂਦੀਆਂ ਨੇ। ਆਪਣੇ ਜਿਹੜੇ ਯੂਨੀਫਾਰਮਸ ਦੀ ਵੀ ਜਿਹੜੀ ਟੈਕਸਟਾਈਲ ਦੀ ਕਟਿੰਗ ਹੁੰਦੀ ਹੈ, ਇੱਧਰ ਸਾਡੇ ਮਾਸਟਰ ਸਾਹਿਬ ਨੇ ਕਿਸ਼ਨ ਲਾਲ ਜੀ, ਇਹ ਵੀ ਸਾਡੇ ਨਾਲ ਤਕਰੀਬਨ 10-11 ਸਾਲ ਤੋਂ ਨਾਲ ਜੁੜੇ ਹੋਏ ਨੇ। ਔਰ ਇਹ ਸਾਰਾ ਕੰਮ ਜਾਣਦੇ ਨੇ। ਚੀਫ ਮਾਸਟਰ ਸਾਡੇ ਇੱਧਰ ਜਿਹੜੇ ਨੇ ਸਟਿਚਿੰਗ ਦੇ, ਕਟਿੰਗ ਦੇ ਔਰ ਮੈਜਰਮੈਂਟਸ ਵੀ ਟੇਲਰ ਮਾਸਟਰ ਹੈਗੇ ਨੇ। ਔਰ ਆਪਣੇ ਇਹ ਕੰਮ ਵਿੱਚ ਤਕਰੀਬਨ ਉਹਨਾਂ ਨੂੰ 30 ਸਾਲ ਦੇ ਕੋਲ ਹੋ ਚੱਲੇ ਨੇ। ਤੇ ਇਹ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਪੈਟਰਨ ਰੱਖ ਕੇ, ਔਰ ਇਹ ਜਿਸ ਤਰ੍ਹਾਂ ਸ਼ਰਟ ਦੀ, ਸ਼ੈਫ ਕੋਟ ਦੀ ਕਟਿੰਗ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ
ਪੈਟਰਨ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਇੱਕ ਕੱਪੜੇ ਨੂੰ ਕਟਿੰਗ ਕਰਨ ਲਈ। मार्किंग हो रही है। ਇਹ ਤੁਸੀਂ ਦੇਖ ਸਕਦੇ ਹੋ ਪੈਂਟ ਦੀ ਬੈਲਟ ਨੂੰ ਤਿਆਰ ਕਰਨ ਲਈ ਉਹਦੀ ਮੈਜ਼ਰਮੈਂਟ ਕੀਤੀ ਜਾ ਰਹੀ ਹੈ ਇੰਚੀ ਟੇਪ ਦੇ ਨਾਲ। ਜੋ ਵੀ ਆਪਣੀ ਸਪੈਸੀਫਿਕੇਸ਼ਨ ਹੈਗੀ ਆ ਉਹਦੇ ਹਿਸਾਬ ਨਾਲ ਉਹਨੂੰ ਮੇਜ਼ਰ ਕਰਕੇ ਉਹਨੂੰ ਮਾਰਕ ਕਰਕੇ ਫਿਰ ਉਹਨੂੰ ਕਟਿੰਗ ਕੀਤੀ ਜਾ ਰਹੀ ਹੈ। ਆਓ ਅਸੀਂ ਮੈਮ ਨੂੰ ਪੁੱਛਦੇ ਹਾਂ ਕਿ ਇਹਨੂੰ ਕਰਨ ਲਈ ਕੀ ਕਰਨਾ ਪੈਂਦਾ ਹੈ। ਹਾਂਜੀ ਦੱਸੋ ਮੈਡਮ। ਨਿਸ਼ਾਨ ਲਗਾਉਣਾ, ਫਿਰ 3 ਇੰਚ, ਫਿਰ ਜਿੰਨੀ ਸਾਡੀ ਪੈਂਟ ਦਾ ਮੇਜਰਮੈਂਟ ਹੈ ਜਿਸ ਤਰ੍ਹਾਂ ਕਿ 32 ਹੈਗੀ ਆ ਉਹਦਾ ਹਾਫ ਵੇਸਟ 32 ਆ ਉਹਦਾ ਹਾਫ 60 ਕਰ ਦੇਣਾ 16। ਉਸ ਤੋਂ ਬਾਅਦ 2.5 ਇੰਚ ਦਾ ਨਿਸ਼ਾਨ ਲਾਉਣਾ ਵੇਸਟ ਤੇ। ਉਸ ਤੋਂ ਬਾਅਦ ਇਹਨੂੰ ਫਿਊਜ਼ ਕਰ ਦੇਣਾ। ਉਸ ਤੋਂ ਬਾਅਦ ਬਣਾ ਕੇ ਫਿਰ ਉਹਨੂੰ ਉਸ ਹਿਸਾਬ ਨਾਲ ਕਟਿੰਗ ਵੀ ਕਰ ਲੈਣੀ। ਤੇ ਸੰਦੀਪ ਜੀ ਤੁਸੀਂ ਸਾਡੇ ਕੋਲ ਕਿਰਨ ਕਿੰਨੇ 6-7 ਸਾਲ 6 ਸਾਲ ਹੋ ਗਏ ਨਾ 7 ਸਾਲ ਇਹ ਵੀ ਹੁਣ ਤੁਹਾਡੇ ਸਾਹਮਣੇ ਇਹ ਪੈਂਟ ਬਣਾ ਰਹੀ ਹੈ, ਸ਼ਰਟਾਂ ਬਣਾਉਣੀ ਜਾਣਦੀ ਹੈ, ਪੈਂਟਾਂ ਹੀ ਬਣਾਉਂਦੀ ਹੈ ਔਰ ਅੱਗੇ ਲੜਕੀਆਂ ਨੂੰ ਵੀ ਸਿਖਾਉਂਦੀ ਹੈ। ਜਿਸ ਤਰ੍ਹਾਂ ਰਾਜੂ ਜੀ ਸਿਖਾਉਂਦੇ ਨੇ ਇਸ ਤਰ੍ਹਾਂ ਹੀ ਸ਼ਰਟਾਂ ਪੈਂਟਾਂ ਸਭ ਅੱਗੇ ਜੋ ਨਵੀਂ ਲੜਕੀਆਂ ਆਉਂਦੀਆਂ ਨੇ ਨਵੀਂ ਜੁਆਇਨਿੰਗ ਹੁੰਦੀਆਂ ਨੇ ਸਾਡੇ ਕੋਲ ਉਹਨਾਂ ਨੂੰ ਬਹੁਤ ਪ੍ਰੋਤਸਾਹਤ। ਇੱਥੇ ਬੜਾ ਅੱਛਾ এনवायरमेंट ਹੈ ਕਿ ਸਿਖਾਉਣ ਵਾਲਾ এনवायरमेंट ਹੈ, ਕਿਸੇ ਨੂੰ ਮਨਾ ਨਹੀਂ ਕੀਤਾ ਜਾਂਦਾ, ਕਿਸੇ ਨੂੰ ਤੰਗ ਨਹੀਂ ਕੀਤਾ ਜਾਂਦਾ। ਹਾਂਜੀ ਮੈਮ ਤੁਸੀਂ ਦੱਸ ਸਕਦੇ ਹੋ ਕੀ ਕਰ ਰਹੇ ਹੋ? ਜੀ ਸਰ, ਮੈਂ ਸਪੀਕ ਲਾਊਡਲੀ। ਸਰ ਮੈਂ ਕਾਲਜ ਨੂੰ ਆ ਰਹੀ ਹਾਂ। ਹਾਂਜੀ ਉਹਦੇ ਲਈ ਕੀ ਕਰ ਰਹੇ ਹੋ ਤੁਸੀਂ ਸ਼ਰਟ ਦੇ? ਸ਼ਰਟ ਦੇ ਕਾਲਰ ਨੂੰ ਪਹਿਲੇ ਪ੍ਰੈਸ ਕਰਕੇ ਕੱਪੜੇ ਤੇ ਜਮਾ ਰਹੀ ਹਾਂ, ਫਿਊਜ਼ਨ ਫਿਊਜ਼ਿੰਗ ਕਰ ਰਹੀ ਹਾਂ। ਇਹ ਜਿਹੜੀ ਯੂਨੀਫਾਰਮ ਸ਼ਰਟ ਹੈ ਯੈਸ ਸਰ। ਓਕੇ, ਇਹਦਾ ਕਾਲਰ ਦਾ ਜਾਂ ਸਾਈਜ਼ ਹੈ ਅਕੋਰਡਿੰਗ ਟੂ ਸ਼ਰਟ ਦੇ ਸਾਈਜ਼ ਦੇ ਹਿਸਾਬ ਨਾਲ ਲੱਗਦਾ ਹੈ? ਹਾਂਜੀ ਸਰ। ਦੱਸੋਗੇ ਸਾਨੂੰ ਕਿਸ ਤਰ੍ਹਾਂ ਕਰੋਗੇ? ਪ੍ਰੈਸ ਕਰੋਗੇ ਫਿਰ ਇਹਨੂੰ ਕੀ ਕਰੋਗੇ? ਪ੍ਰੈਸ ਕਿਉਂ ਕਰ ਰਹੇ ਹੋ? ਕਿਉਂਕਿ ਸਰ ਕਾਲਰ ਦੀ ਕੱਪੜੇ ਨਾਲ ਪਹਿਲੇ ਫਿਊਜ਼ਿੰਗ ਕਰਾਂਗੇ, ਫਿਰ ਹੀ ਅਸੀਂ ਉਹਨੂੰ ਮਤਲਬ ਸਟਿਚ ਕਰਕੇ ਤੇ ਫਿਰ ਉਹਨਾਂ ਜੋੜਾਂਗੇ। ਓਕੇ, ਇਹ ਜੀ ਆਪਣਾ ਹੈਗਾ ਜੀ ਪ੍ਰੋਡਕਸ਼ਨ ਡਿਪਾਰਟਮੈਂਟ ਹੈ ਔਰ ਮੇਰੇ ਮਤਲਬ ਬਹੁਤ ਹੀ ਵੈਲਿਊਡ ਟੀਮ ਮੈਂਬਰਸ ਨੇ ਜਿਨ੍ਹਾਂ ਜੋ ਹੈ ਮਾਲ ਬਣਾਉਂਦੇ ਨੇ ਤੇ ਅਸੀਂ ਕਸਟਮਰਸ ਨੂੰ ਅਸੀਂ ਡਿਲੀਵਰ ਕਰਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ ਇਹ ਇੱਕ 4 ਥ੍ਰੈਡ ਓਵਰਲੌਕ ਮਸ਼ੀਨ ਹੈ। ਜਿਹੜੇ ਕੱਪੜੇ ਦੇ ਅੰਦਰ ਜਿਹੜੀ ਓਵਰਲੌਕਿੰਗ ਹੁੰਦੀ ਹੈ ਉਹਦੇ ਵਾਸਤੇ ਅਸੀਂ ਇਹ ਮਸ਼ੀਨਰੀ ਲਗਾਈ ਹੋਈ ਹੈ और फिर स्टिचिंग मशीन्स ने स्टिचिंग ऑपरेटर्स ने अमनदीप लड़की है ये साढ़े को 4-5 महीने तो काम कर रहे हैं। हले भी पहले एजेंट्स का काम नहीं सी आंदा और हुण शर्ट बना रही है। इस तरीके नाल ਇਹ ਸਾਡੇ सीनियर मैंबर ने ਸ਼ਰਵਨ ਕੁਮਾਰ, यहाँ प्यार नाल ਅਸੀਂ राजू जी कहने हैं और ये ਸਾਡੇ ਕੋਲ तकरीबन 8-9 साल तो काम कर रहे हैं हुण। ਔਰ ਇਹ ਇੱਥੇ ਇੱਕ ਤਰੀਕੇ ਤੋਂ ਫੈਕਲਟੀ ਦਾ ਵੀ ਕੰਮ ਕਰਦੇ ਨੇ ਕਿਉਂਕਿ ਇਹਨਾਂ ਨੂੰ ਕੰਮ ਆਉਂਦਾ ਵਾ ਔਰ ਬਾਕੀ ਸਭ ਨੂੰ ਵੀ ਸਿਖਾਉਂਦੇ ਨੇ। ਔਰ ਇਹ ਸਿਮਰ ਹੈ ਲੜਕੀ, ਇਹਨੂੰ ਵੀ ਹੋ ਗਏ 3 ਸਾਲ ਤੋਂ ਬਹੁਤ ਹੋ ਗਏ। ਇਹ ਸਾਰੀ ਸ਼ਰਟ ਨੂੰ ਆਪ ਬਣਾਉਣਾ ਜਾਣਦੀ ਹੈ ਔਰ ਬਹੁਤ ਅੱਛੀ ਕੁਆਲਿਟੀ ਨਾਲ ਬਣਾ ਕੇ ਦਿੰਦੇ ਨੇ। ਇਹ ਮਸ਼ੀਨਰੀ ਦੇ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਦੱਸ ਦਿੰਦਾ ਕਿ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਮਸ਼ੀਨਸ ਹੈਗੀਆਂ ਨੇ। ਇਹ ਹੈਗੀ ਹੈ ਜੀ, ਅਸੀਂ ਇਹਨੂੰ ਆਪਣੇ ਤੌਰ ਤੇ ਅਸੀਂ ਬੇਸਿਕ ਮਸ਼ੀਨ ਕਹਿੰਦੇ ਹਾਂ, ਅੰਬਰੇਲਾ ਮਸ਼ੀਨ, ਜੋ ਕਿ ਘਰਾਂ 'ਚ ਵੀ ਵਰਤੀ ਜਾਂਦੀ ਹੈ। ਘਰਾਂ 'ਚ ਇਹ ਹੱਥ ਵਾਲੀ ਮਸ਼ੀਨ ਦੇ ਫਾਰਮ 'ਚ ਵਰਤੀ ਜਾਂਦੀ ਹੈ। ਇਹਦੇ ਨਾਲ ਹੈਂਡਲ ਲੱਗਾ ਹੁੰਦਾ ਇੱਥੇ ਤੇ ਜਾਂ ਫਿਰ ਇੱਥੇ ਥੱਲੇ ਫੁੱਟ ਲੱਗਾ ਹੁੰਦਾ ਜਿਹੜਾ ਕਿ ਇਹਦੇ ਵਿੱਚ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਕਿਉਂਕਿ ਅਸੀਂ ਇਹਦੇ ਨਾਲ ਮੋਟਰ ਲਗਾਈ ਦੀ ਹੈ ਵਿਦ ਕਲਚ। ਅਸੀਂ ਇਹਨੂੰ ਮੋਟਰਾਈਜ਼ ਕੀਤਾ ਹੈ, ਦੇਖੋ ਤੁਸੀਂ ਇੱਧਰ ਹੈ ਮੋਟਰ ਲਗਾਈ ਦੀ ਹੈ। ਇਹਦੇ ਨਾਲ ਕੀ ਹੈ ਕਿ ਇਹਦੀ ਉਹ ਦਬਾਇਆ ਤੇ ਇਹ ਮਸ਼ੀਨ ਆਪਣੇ ਆਪ ਮੋਟਰਾਈਜ਼ ਹੋ ਕੇ ਆਪਣੇ ਆਪ ਚੱਲਦੀ ਹੈ। ਇਹ ਤੁਸੀਂ ਦੇਖ ਸਕਦੇ ਹੋ ਜੀ ਅੰਬਰੇਲਾ ਮਸ਼ੀਨ ਤੇ ਕਿਸ ਤਰ੍ਹਾਂ ਇੱਕ ਆਪਰੇਟਰ ਨੇ ਜੋ ਕਿ ਸਟਿਚਿੰਗ ਕਰ ਰਹੇ ਨੇ।
ਔਰ ਇਹ ਵੀ 2 ਮੈਂਬਰਸ ਟੀਮ ਮੈਂਬਰ ਨੇ ਸਾਡੀਆਂ, ਨਵਰੀਤ ਤੇ ਸਿਮਰਜੀਤ। ਹਾਂਜੀ, ਆਓ ਅਸੀਂ ਦੇਖਦੇ ਹਾਂ ਜੀ ਸੀਵਿੰਗ ਮਸ਼ੀਨ। ਇਹ ਇੰਡਸਟਰੀਅਲ ਸੀਵਿੰਗ ਮਸ਼ੀਨ ਹੈ, ਜੈਕ ਕੰਪਨੀ ਦੀ F4 ਮਾਡਲ ਹੈ। ਮੋਸਟਲੀ ਗਾਰਮੈਂਟ ਇੰਡਸਟਰੀ ਦੇ ਵਿੱਚ ਇਹ ਵਾਲੀਆਂ ਸੀਵਿੰਗ ਮਸ਼ੀਨ ਵਰਤੀਆਂ ਜਾਂਦੀਆਂ ਔਰ ਇਹਦੇ ਲਈ ਆਪਾਂ ਗੱਲਬਾਤ ਕਰਦੇ ਹਾਂ ਸ਼ਰਮਨ ਕੁਮਾਰ ਜੀ ਨਾਲ, ਜੋ ਕਿ ਸਾਨੂੰ ਇਸ ਮਸ਼ੀਨ ਦੇ ਬਾਰੇ ਪੂਰਾ ਦੱਸਣਗੇ ਕਿ ਕਿਸ ਤਰ੍ਹਾਂ ਇੱਥੇ ਕੱਪੜੇ ਨੂੰ ਸਟਿਚ ਕੀਤਾ ਜਾਂਦਾ। ਹਾਂਜੀ ਸਰ, ਦੱਸੋ ਜੀ, ਸਾਨੂੰ ਆ ਇੰਡਸਟਰੀਅਲ ਮਸ਼ੀਨ ਦੇ ਬਾਰੇ ਦੱਸੋ। ਮਸ਼ੀਨ ਬਹੁਤ ਵਧੀਆ ਜੀ ਹੈ, ਹਾਂਜੀ, ਬਹੁਤ ਵਧੀਆ ਚੱਲਦੀ ਹੈ। ਇਹਨੂੰ ਆਪਣਾ ਤੁਸੀਂ ਸਾਨੂੰ ਸਾਰਾ ਪ੍ਰੋਸੈਸ ਦੱਸੋ ਕਿ ਧਾਗਾ ਇੱਥੇ ਕਿੱਦਾਂ ਵਿੱਚ ਪਾਉਂਦੇ, ਧਾਗਾ ਕਿਸ ਤਰ੍ਹਾਂ ਪ੍ਰੋਪਰ ਇਹਨਾਂ ਨੂੰ ਫਾਈਨ ਸਟਿਚਿੰਗ ਦੇ ਵਿੱਚ ਦਿੱਤੀ ਜਾਂਦੀ ਹੈ। ਔਰ ਇਹਨਾਂ ਦੀ ਆਪਣੀ ਵੀ ਇਹ ਕੈਪੇਬਿਲਿਟੀ ਕਿ ਲਰਨਿੰਗ, ਇਹਨਾਂ ਦੇ ਅੱਛੀ এনवायरमेंट ਬਣਿਆ ਹੈ ਕਿ ਲਰਨ ਕਰਦੇ ਨੇ ਔਰ ਬੜੇ ਅੱਛੇ ਤਰੀਕੇ ਨਾਲ ਕੰਮ ਨੂੰ ਕਰਦੇ ਨੇ। ਚਲੋ ਸਟਾਰਟ। ਇਹ ਜੀ ਆਪਣੀ ਇੱਕ ਮਸ਼ੀਨ ਹੈ ਜਿਹੜੀ ਕਿ ਇਹ ਵੀ ਅਗੇਨ ਬ੍ਰਦਰ ਦੀ ਹੈ, ਜੋ ਕਿ ਸਿੰਗਲ ਨੀਡਲ ਸਿੰਗਲ ਹੈਡ ਕੰਪਿਊਟਰਾਈਜ਼ਡ ਐਮਬ੍ਰਾਇਡਰੀ ਮਸ਼ੀਨ ਹੈ। ਇਹ ਦੇਖੋ ਤੁਸੀਂ ਇੱਥੇ ਡਿਸਪਲੇ ਹੈਗਾ ਦਾ, ਇਹਦੇ ਚ ਆਪਾਂ ਇੱਥੇ ਥੋੜਾ ਜਿਹਾ ਇੱਧਰ ਪੈਨ ਡਰਾਈਵ ਲੱਗਦੀ ਜਿਹਦੇ 'ਚ ਤੁਸੀਂ ਆਪਣਾ ਡਿਜ਼ਾਈਨ ਪਾਉਂਦੇ ਹੋ ਔਰ ਤੁਸੀਂ ਕੋਈ ਵੀ ਲੋਗੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਇਹਦੇ ਵਿੱਚ ਤਿਆਰ ਕਰ ਸਕਦੇ ਹੋ, ਬਣਾ ਸਕਦੇ ਹੋ। ਇਹਦੇ ਵਿੱਚ ਸਾਡਾ ਫਾਇਦਾ ਇਹ ਰਹਿੰਦਾ ਹੈ ਕਿ ਜਿਸ ਤਰ੍ਹਾਂ ਮਲਟੀ ਹੈਡ 'ਚ ਕੀ ਹੈ ਕਿ ਵੀ ਬਹੁਤ ਜ਼ਿਆਦਾ ਲਾਰਜ ਸਕੇਲ 'ਚ ਸਾਡੀ ਕੁਆਂਟੀਟੀ 'ਚ ਉਹ ਸਾਨੂੰ ਕਰਨਾ ਪੈਂਦਾ ਹੈ। ਇਹਦੇ 'ਚ ਈਵਨ ਸਿੰਗਲ ਪੀਸ ਵੀ ਜੇ ਕਿਸੇ ਨੇ ਆਪਣਾ ਨੇਮ ਐਮਬ੍ਰਾਇਡਰੀ ਕਰਵਾਉਣਾ ਹੈ, ਕੋਈ ਲੋਗੋ ਕਰਵਾਉਣਾ ਹੈ ਤੇ ਅਸੀਂ ਕਰ ਦਿੰਦੇ ਹਾਂ। ਮਸ਼ੀਨਰੀ ਜਿਸ ਤਰ੍ਹਾਂ ਆਪਾਂ ਉੱਥੇ ਪ੍ਰੋਡਕਸ਼ਨ 'ਚ ਮਸ਼ੀਨਸ ਦੇਖੀਆਂ, ਇਹ ਸਾਡੀ ਸਪੋਰਟ ਮਸ਼ੀਨਸ ਨੇ ਜਿਹੜੀ ਕਿ ਫਿਨਿਸ਼ਿੰਗ ਵਿੱਚ ਕੰਮ ਆਉਂਦੀਆਂ ਨੇ। ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਬਟਨ ਹੋਲ ਮਸ਼ੀਨ ਆ, ਆਪਾਂ ਪੰਜਾਬੀ 'ਚ ਉਹਨੂੰ ਕਾਜ ਕਹਿ ਦਿੰਦੇ ਆ। ਇਹ ਸਿਰਫ ਕਾਜ ਕਰਨ ਦੀ ਮਸ਼ੀਨ ਹੈ। ਮਤਲਬ ਕਿ ਇਹ ਵੈਸੇ ਮੈਂ ਇੱਕ ਦੱਸ ਰਿਹਾ ਕਿ ਵੈਲਿਊ ਵਾਈਜ਼ ਇੱਕ ਮਹਿੰਗੀ ਮਸ਼ੀਨ ਹੁੰਦੀ ਹੈ ਤੇ ਇਸ ਕਰਕੇ ਅਸੀਂ ਇਹ ਵਰਤਨੇ ਆ ਤਾਂ ਕਿ ਇਨ ਹਾਊਸ ਲਗਾਈ ਹੋਈ ਹੈ ਅਸੀਂ, ਸੋ ਦੈਟ ਕੁਆਲਿਟੀ ਕੰਪਰੋਮਾਈਜ਼ ਨਾ ਹੋਵੇ। ਇਹ ਤੁਸੀਂ ਨਾਲ ਦੇਖ ਰਹੇ ਹੋ, ਇਹ ਵਾਲੀ ਮਸ਼ੀਨ ਜਿਹੜੀ ਸੀ ਜੈਕ ਦੀ ਸੀ। ਇਹ ਵਾਲੀ ਮਸ਼ੀਨ ਇੱਕ ਬ੍ਰਦਰ ਦੀ ਮਸ਼ੀਨ ਹੈ। ਬੇਸਿਕਲੀ ਪੈਟਰਨ ਮੇਕਿੰਗ ਮਸ਼ੀਨ ਹੈ, ਬਟ ਅਸੀਂ ਇਹਨੂੰ ਬਟਨ ਲਗਾਉਣ ਲਈ ਯੂਜ਼ ਕਰਦੇ ਪਏ ਹਾਂ। ਔਰ ਇੱਕ ਕਾਫੀ ਪੁਰਾਣਾ ਮਾਡਲ ਹੈ, ਲੇਕਿਨ ਕਿਉਂਕਿ ਤੁਸੀਂ ਜਾਣਦੇ ਹੋ ਬ੍ਰਦਰ ਇਜ਼ ਅ ਜੈਪਨੀਜ਼ ਕੰਪਨੀ। ਤੇ ਇਹ ਸੰਦੀਪ ਜੀ ਹੁਣ ਇੱਧਰ ਤੁਸੀਂ ਇਹ ਜਿਹੜਾ ਮੈਂ ਡਿਪਾਰਟਮੈਂਟ ਤੋਂ ਹੁਣ ਲੈ ਕੇ ਆਇਆ, ਸਾਡਾ ਇੱਕ ਫਾਈਨਲ ਡਿਪਾਰਟਮੈਂਟ ਜਾਂ ਅਸੀਂ ਫਿਨਿਸ਼ਿੰਗ ਡਿਪਾਰਟਮੈਂਟ ਅਸੀਂ ਇਹਨੂੰ ਕਹਿੰਦੇ ਆ, ਜਿੱਥੇ ਕਿ ਸਾਡਾ ਜਿਹੜਾ ਬਣਿਆ ਹੋਇਆ ਮਾਲ ਹੈ ਉਹ ਪਹਿਲੇ ਚੈੱਕ ਕੀਤਾ ਜਾਂਦਾ ਹੈ, ਕੁਆਲਿਟੀ ਕੰਟਰੋਲ, ਔਰ ਉਹਦੇ ਵਿੱਚ ਅਸੀਂ ਉਹਨਾਂ ਨੂੰ ਉਹਦੀ ਪ੍ਰੈਸ ਕੀਤੀ ਜਾਂਦੀ ਹੈ। ਉਹਦੇ 'ਚ ਕੋਈ ਧਾਗਾ ਰਹਿ ਗਿਆ ਹੈ, ਕਲਿੱਪ ਕੀਤਾ ਜਾਂਦਾ ਹੈ। ਜੇ ਉਹਦੇ 'ਚ ਕੋਈ ਸਟਿਚਿੰਗ ਵਿੱਚ ਫਾਲਟ ਹੈਗਾ ਹੈ, ਉਹ ਵੀ ਇੱਥੇ ਲੱਭ ਕੇ ਉਹਨੂੰ ਠੀਕ ਕਰਾ ਦਿੱਤਾ ਜਾਂਦਾ ਹੈ ਤਾਂ ਕਿ ਕਸਟਮਰ ਕੋਲ ਜਿਹੜਾ ਫਾਈਨਲ ਪ੍ਰੋਡਕਟ ਜਾਏ ਉਹ ਬਿਲਕੁਲ ਫੁੱਲ ਆਫ ਫ੍ਰੀ ਫਰੋਮ ਡਿਫਾਲਟ ਹੋਵੇ। ਤੁਸੀਂ ਦੇਖ ਰਹੇ ਹੋ 2 ਅਸੀਂ ਇੱਥੇ ਯੂਜ਼ ਕਰਦੇ ਹਾਂ ਜੀ। ਇੱਥੇ ਗ੍ਰੈਵਿਟੀ ਸਟੀਮ ਪ੍ਰੈਸਿਸ ਇਹਨਾਂ ਨੂੰ ਕਹਿੰਦੇ ਨੇ। ਗ੍ਰੈਵਿਟੀ ਦਾ ਮਤਲਬ ਹੈ ਕਿ ਪਾਣੀ ਇੱਥੋਂ ਫੀਡ ਨੂੰ ਮਿਲਦਾ ਵਾ, ਟੱਬ ਹੈ ਛੋਟਾ ਜਿਹਾ, ਔਰ ਇੱਥੋਂ ਪਾਣੀ ਉਹਦੇ ਪ੍ਰੈਸ 'ਚ ਜਾ ਰਿਹਾ ਹੈ। ਔਰ ਇੱਕ ਇੰਡਸਟਰੀਅਲ ਸਟੀਮ ਆਇਰਨ ਜਿਹੜਾ ਕਿ ਸਮਾਲ ਮਾਡਲ ਅਸੀਂ ਯੂਜ਼ ਕਰਦੇ ਹਾਂ। ਔਰ ਇਹਦੇ ਨਾਲ ਇਹ ਹੈ ਕਿ ਵੀ ਕੱਪੜਾ ਜਿਹੜਾ ਕਿ ਬਹੁਤ ਅੱਛੇ ਤਰੀਕੇ ਨਾਲ ਔਰ ਜਲਦੀ ਹੀ ਪ੍ਰੈਸ ਹੋ ਜਾਂਦਾ ਹੈ। ਇੱਕ ਮੈਨੇਕੁਇਨ ਹੈ, ਇਹਨੂੰ ਆਪਾਂ ਡੰਮੀ ਕਹਿ ਦਿੰਦੇ ਆ। ਮੈਨੇਕੁਇਨ ਅਸੀਂ ਰੱਖੀ ਦੀ ਹੈ ਫॉर ਡਿਸਪਲੇ ਪਰਪਸਿਸ। ਕਈ ਵਾਰੀ ਸਾਨੂੰ ਫੋਟੋਗ੍ਰਾਫੀ ਪਰਪਸ ਲਈ ਚਾਹੀਦਾ ਹੁੰਦਾ, ਅਸੀਂ ਕੋਈ ਪਵਾ ਕੇ ਕਲਾਇੰਟ ਨੂੰ ਕੁਝ ਦਿਖਾਣਾ ਹੈ, ਸੋ ਉਹਦੇ ਪਰਪਸ ਲਈ ਇਹ ਯੂਜ਼ ਕੀਤੀ ਜਾਂਦੀ ਹੈ। ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਮੇਲ ਮਾਡਲ ਡਮੀ ਹੈ, ਅਸੀਂ ਇਹਨੂੰ ਡਿਸਪਲੇ ਪਰਪਸ ਲਈ ਯੂਜ਼ ਕਰਦੇ ਹਾਂ। ਤੇ ਸੰਦੀਪ ਜੀ ਅਸੀਂ ਕੀ ਕਰਨੇ ਆ, ਅਸੀਂ ਬੱਚਿਆਂ ਨੂੰ ਜਿਵੇਂ ਇੰਸਟੀਚਿਊਟ ਤੋਂ ਬੁਲਾਉਂਦੇ ਆ, ਔਰ ਅਸੀਂ ਇਨਫੈਕਟ ਆਈ ਵਿਲ ਇਨਵਾਈਟ ਯੋਰ ਇੰਸਟੀਚਿਊਟ ਆਲਸੋ ਕਿ ਤੁਸੀਂ ਸਾਨੂੰ ਬੱਚੇ ਜਿਹੜੇ ਕਿ ਨੇ ਭੇਜੋ, ਜਿਸ ਤਰ੍ਹਾਂ ਜਦੋਂ ਸਾਨੂੰ ਜ਼ਰੂਰਤ ਹੋਏਗੀ ਅਸੀਂ ਵੀ ਕੈਨ ਕੀਪ ਇਨ ਟੱਚ
ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਸਾਡੇ ਕੋਲ ਵੈਕੈਂਸੀਜ਼ ਹੈਗੀਆਂ ਨੇ। ਤੁਸੀਂ ਜਾਂ ਟਾਈਮ ਟੂ ਟਾਈਮ ਤੁਸੀਂ ਕਹਿ ਸਕਦੇ ਹੋ ਸਾਡੇ ਕੋਲ ਬੱਚੇ ਨੇ, ਤੁਸੀਂ ਅਗਰ ਤੁਹਾਡੇ ਕੋਲ ਵੈਕੈਂਸੀ ਆ ਤੇ ਇਸ ਤਰ੍ਹਾਂ ਕੀ ਮੈਚਿੰਗ ਹੋ ਸਕਦੀ ਹੈ। ਤੇ ਅਸੀਂ ਕੀ ਕਰਾਂਗੇ, ਅਸੀਂ ਇਹਨਾਂ ਨੂੰ ਸਟਾਰਟਿੰਗ ਵਿੱਚ ਜੇ ਤਾਂ ਰॉ ਹੈਂਡ ਆਂਦਾ ਬੱਚਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਇੰਸਟੀਚਿਊਟਸ ਵਿੱਚੋਂ ਸਾਨੂੰ ਜਿਹੜੇ ਉਹਨਾਂ ਨੂੰ ਜੈਂਟਸ ਦੀ ਟ੍ਰੇਨਿੰਗ ਨਹੀਂ ਹੁੰਦੀ, ਤੇ ਰॉ ਹੈਂਡ ਵਾਲੇ ਬੱਚੇ ਨੂੰ ਅਸੀਂ ਇੱਕ 4500 ਰੁਪਏ ਦਾ ਸਟਾਈਫੈਂਡ ਦੇ ਤੌਰ ਤੇ ਸਟਾਰਟਿੰਗ ਦੇ ਦਿੰਦੇ ਆ, ਜਿਹਨੂੰ ਅਸੀਂ ਮਹੀਨੇ ਤੋਂ 2 ਮਹੀਨੇ ਤੱਕ ਚਲਾਉਂਦੇ ਆ। ਫਿਰ ਅਸੀਂ ਉਹ ਮਹੀਨੇ 2 ਮਹੀਨੇ ਦੇ ਵਿੱਚ ਅਸੀਂ ਬੱਚੇ ਨੂੰ ਥੋੜਾ ਜਿਹਾ ਅੱਗੇ ਲੈ ਜਾ ਚੁੱਕੇ ਹੁੰਦੇ ਆ, ਉਹਨੂੰ ਸਿਖਾ ਚੁੱਕੇ ਹੁੰਦੇ ਆ ਥੋੜਾ ਬਹੁਤ। ਫਿਰ ਅਸੀਂ ਉਹਨੂੰ ਵਿਦਿਨ 3 ਮੰਥਸ ਦੇ ਵਿੱਚ ਹੀ ਅਸੀਂ ਉਹਨੂੰ ਸਿੱਧਾ ਹੀ 5500 ਦੀ ਸੈਲਰੀ ਤੋਂ ਜੂਨੀਅਰ ਟ੍ਰੇਨੀ ਦੀ ਬਕਾਇਦਾ, ਇਫ ਰਿਕੁਆਇਰਡ ਵੀ ਇਸ਼ੂ ਅਪਾਇੰਟਮੈਂਟ ਲੈਟਰਸ ਆਲਸੋ ਔਨ ਆਰ ਲੈਟਰ ਹੈਡਸ, ਤੇ 5500 ਅਸੀਂ ਜੂਨੀਅਰ ਟ੍ਰੇਨੀ ਤੋਂ ਅਸੀਂ ਸਟਾਰਟ ਕਰਨੇ ਆ ਸੈਲਰੀ। ਦੈਨ ਫਿਰ ਅੱਗੇ ਉਹਦੀ ਜਿਹੜੀ ਬੱਚੇ ਦੀ ਜਰਨੀ ਹੈ, ਇਟ ਆਲ ਡਿਪੈਂਡਸ ਅਪਨ ਉਹ ਬੱਚਾ ਕਿਸ ਤਰ੍ਹਾਂ ਦਾ ਨਿਕਲਦਾ ਹੈ, ਕਿੰਨੀ ਜਲਦੀ ਅੱਗੇ ਵੱਧ ਜਾਂਦਾ ਹੈ। ਹੁਣ ਮੇਰੇ ਕੋਲ ਮੈਂ ਇੱਥੇ ਐਗਜ਼ਾਮਪਲਸ ਦੇ ਤੌਰ ਤੇ ਤੁਹਾਨੂੰ ਦੇਣਾ ਚਾਹਾਂਗਾ। ਮੇਰੇ ਕੋਲ ਇੱਥੇ 2 ਲੜਕੀਆਂ ਕੰਮ ਕਰਦੀਆਂ, ਮਤਲਬ ਤਕਰੀਬਨ 7 ਸਾਲ ਹੋ ਗਏ ਨੇ। ਉਹਨਾਂ ਚੋਂ ਇੱਕ ਲੜਕੀ ਜਿਹੜਾ ਕਿ ਅਸੀਂ ਉਹਨੂੰ ਕਲਾਸਿਕ ਐਗਜ਼ਾਮਪਲ ਕਹਿੰਦੇ ਆ ਸਾਡੇ ਇੱਥੇ ਇਸ ਫਰਮ ਦਾ, ਅਸੀਂ ਉਹ ਕਹਿੰਦੇ ਆ ਕਿ ਵੀ ਉਹ ਲੜਕੀ ਸਾਡੇ ਕੋਲ ਖਾਸੇ ਤੋਂ ਆਂਦੀ ਸੀ ਔਰ ਉਹਨੂੰ ਬੜੀ ਦਿੱਕਤਾਂ ਵੀ ਆਉਂਦੀਆਂ ਸੀ, ਘਰੋਂ ਵੀ ਦਿੱਕਤ ਆਉਂਦੀ ਸੀ, ਉਹਦੇ ਮਾਪਿਓ ਤੋਂ, ਰਿਸ਼ਤੇਦਾਰਾਂ ਤੋਂ ਵੀ, ਜਿਸ ਤਰ੍ਹਾਂ ਲੜਕੀਆਂ ਨੂੰ ਦਿੱਕਤਾਂ ਆਉਂਦੀਆਂ ਉਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ। ਤੇ ਲੇਕਿਨ ਲੜਕੀ ਨੇ ਵੀ ਹਿੰਮਤ ਨਹੀਂ ਹਾਰੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਇੱਥੇ ਵਿਜ਼ਿਟ ਕਰਨ ਲਈ। ਥੈਂਕ ਯੂ ਸਰ, ਸਾਡੇ ਲਈ ਵੀ ਪਲੇਜ਼ਰ ਦੀ ਗੱਲ ਹੈ ਸੰਦੀਪ ਜੀ ਕਿ ਤੁਸੀਂ ਇਹ ਜ਼ਰੂਰ ਸਾਨੂੰ ਮੌਕਾ ਦਿੱਤਾ, ਸਾਡੇ ਇਸ ਫਰਮ ਨੂੰ ਚੁਣਿਆ ਤੁਸੀਂ ਇਸ ਕੰਮ ਲਈ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸਰ ਤੁਹਾਡੇ।